उत्पत्ति अध्याय 2। सो आकाश ते धरती ते उन्हां दी सारी वसों संपूर्ण कीती गई अते परमेश्वर ने 7वें दिन अपने कारज नूं जिहड़ा उसने बनाया सी संपूर्ण कीता अते 7वें दिन अपने सारे कारज तों जिहड़ा उसने बनाया सी वेला हो गया। तां परमेश्वर ने 7वें दिन नूं आसीष दित्ती अते ਉਹਨੂੰ ਇਸ ਲਈ ਪਵਿੱਤਰ ਠਹਿਰਾਇਆ ਜੋ ਉਸ ਦਿਨ ਆਪਣੇ ਕਾਰਜ ਤੋਂ ਜਿਹੜਾ ਪਰਮੇਸ਼ਰ ਨੇ ਉਤਪਤ ਕਰਕੇ ਬਣਾਇਆ ਸੀ ਉਹ ਵੇਲਾ ਹੋ ਗਿਆ। ਆਦਮੀ ਅਤੇ ਇਸਤਰੀ ਦਾ ਰਚਿਆ ਜਾਣਾ ਇਹ ਆਕਾਸ਼ ਅਤੇ ਧਰਤੀ ਦੀ ਪੈਦਾਇਸ਼ ਦਾ ਆਰੰਭ ਹੈ। ਜਦ ਉਹ ਉਤਪੰਨ ਹੋਏ ਜਿਸ ਦਿਨ ਯਹੋਵਾ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ खेत का कोई बूटा अजे धरती उत्ते नहीं सी, ना खेत का कोई साग पत्त अजे उपजिया सी, क्यों जो यहोवा परमेश्वर ने धरती उत्ते मींह नहीं वराया सी, ना जमीन दे वाउण लई कोई आदमी सी, पर धुंध धरतियों उठ के सारी जमीन नूं सिंजदी सी। यहोवा परमेश्वर ने आदमी नूं जमीन दी मिट्टी तो रचिया अते उस दियां नासां विच जीवन दा साह फूकिया, सो आदमी जीवंदी जान हो गया। तां यहोवा परमेश्वर ने एक बाग अदन विच पूरब वल लाया अते उत्ते उसने उस आदमी नूं जिन्हों उसने रचिया सी रखिया। ਅਤੇ ਯਹੋਵਾ ਪਰਮੇਸ਼ਰ ਨੇ ਜ਼ਮੀਨ ਤੋਂ ਹਰ ਬਿਰਛ ਜਿਹੜਾ ਵੇਖਣ ਵਿੱਚ ਸੁੰਦਰ ਸੀ ਔਰ ਖਾਣ ਵਿੱਚ ਚੰਗਾ ਸੀ ਅਤੇ ਬਾਗ ਦੇ ਵਿਚਕਾਰ ਜੀਵਨ ਦਾ ਬਿਰਛ ਤੇ ਭਲੇ ਬੁਰੇ ਦੀ ਸਿਆਣ ਦਾ ਬਿਰਛ ਵੀ ਉਗਾਇਆ ਅਤੇ ਇੱਕ ਦਰਿਆ ਉਸ ਬਾਗ ਨੂੰ ਸਿੰਜਣ ਲਈ ਅਦਨ ਤੋਂ ਨਿਕਲਿਆ ਅਤੇ ਉੱਥੋਂ ਵੰਡਿਆ ਗਿਆ और 4 हिस्से हो गया। एक दा नाम पीसोन है जेड़ा सारे हवीला देश नू घेरदा है जिते सोना है और उस देश दा सोना चंगा है और उत्ते मोती ते सुलेमानी पत्थर भी हन। दूजे नदी दा नाम गिहोन है जेड़ी सारे कूस देश नू घेरदी है। तीजी नदी दा नाम हिदल है जेड़ी असूर दे चढ़वे पासे जांदी है अते चौथी फरात है। यहोवा परमेश्वर ने उस आदमी नूं लेके आदन दे बाग विच रखिया तां जो वो उस दी वाही ते राखी करे। तां यहोवा परमेश्वर ने आदमी नूं आज्ञा दित्ती कि बाग दे हर बिरछ तों तू निसन खाई पर भले बुरे दी सियाण दे बिरछ तो तू ना खाई, क्यों जो जिस दिन तू उस तो खावे तू जरूर मरेगा। फिर यहोवा परमेश्वर ने आख्या भई चंगा नहीं कि आदमी कल्ला रहे, सो मैं ओदे लई ओदे वांगू एक सहायकन बनावांगा। यहोवा परमेश्वर ने मिट्टी तो जंगल दे हर एक जानवर नूं ਅਤੇ ਆਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂ ਜੋ ਉਹ ਵੇਖੇ ਭਈ ਉਹ ਕਿਵੇਂ ਉਹਨਾਂ ਨੂੰ ਸੱਦੇਗਾ ਅਤੇ ਜੋ ਕੁਝ ਆਦਮੀ ਨੇ ਉਸ ਜੀਵੰਦੇ ਪ੍ਰਾਣੀ ਨੂੰ ਸੱਦਿਆ ਸੋ ਉਹਦਾ ਨਾਮ ਹੋ ਗਿਆ। ਐਉਂ ਆਦਮੀ ਨੇ ਸਾਰੇ ਡੰਗਰਾਂ ਨੂੰ ਔਰ ਆਕਾਸ਼ ਦੇ ਪੰਛੀਆਂ ਨੂੰ और जंगल दे सारे जानवरां नूं नाम दिते, पर आदमी लई अजे कोई सहायकन ओदे वर्गी ना मिली। तां यहोवा परमेश्वर ने आदमी ते गूढ़ी नींद भेजी सो ओ सो गया अते उसने ओदियां पसलियां विचों एक कढ लई अते ओदी तां मांस भर दिता। तां यहोवा परमेश्वर ने उस पसली तो ਜਿਹੜੀ ਉਸਨੇ ਆਦਮੀ ਵਿੱਚੋਂ ਕੱਢੀ ਇੱਕ ਨਾਰੀ ਬਣਾਈ ਅਤੇ ਉਸਨੇ ਆਦਮੀ ਕੋਲ ਲੈ ਆਇਆ ਤਾਂ ਆਦਮੀ ਨੇ ਆਖਿਆ ਕਿ ਇਹ
ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ है और मेरे मांस ਵਿੱਚੋਂ मांस है। सो ये इस कारण नारी अकवाएगी जो ये नर ਵਿੱਚੋਂ ਕੱਢੀ ਗਈ है। सो मर्द अपने मापे ਛੱਡ ਕੇ ਆਪਣੀ ਤੀਵੀ ਨਾਲ ਮਿਲਿਆ ਰਹੇਗਾ ਅਤੇ ਉਹ ਇੱਕ ਸਰੀਰ ਹੋਣਗੇ। ਅਤੇ ਮਰਦ ਔਰ ਉਹਦੀ ਤੀਵੀ ਦੋਵੇਂ ਨੰਗੇ ਸਨ ਪਰ ਸੰਗਦੇ ਨਹੀਂ ਸਨ। ਲੇਵੀਆਂ ਦੀ ਪੋਥੀ ਅਧਿਆਇ 3। ਜੇ ਉਸ ਦਾ ਛਡਾਵਾ ਸੁੱਖ ਸੰਦ ਦੀ ਬਲੀ ਹੋਵੇ, ਜੇ ਉਹ ਉਸ ਨੂੰ ਵਗ ਵਿੱਚੋਂ ਚੜਾਵੇ, ਭਾਵੇਂ ਉਹ ਬਲਦ ਭਾਵੇਂ ਗਊ ਹੋਵੇ, ਉਸ ਨੂੰ ਯਹੋਵਾ ਦੇ ਅੱਗੇ ਬੱਝ ਤੋਂ ਰਹਿਤ ਚੜਾਵੇ ਅਤੇ ਉਹ ਆਪਣਾ ਹੱਥ ਆਪਣੀ ਪੈਂਟ ਦੇ ਸਿਰ ਉੱਤੇ ਧਰ ਕੇ ਉਸ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਕੱਟ ਸੁੱਟੇ ਅਤੇ ਹਾਰੂਨ ਦੇ ਪੁੱਤਰ ਜਾਜਕ ਉਸ ਦਾ ਲਹੂ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਣ ਅਤੇ ਉਹ ਸੁੱਖ ਸ਼ਾਂਤ ਦੀ ਬਲੀ ਵਿੱਚੋਂ ਇੱਕ ਅੱਗ ਦੀ ਪੇਂਟ ਯਹੋਵਾ ਦੇ ਅੱਗੇ ਚੜਾਵੇ। ਉਹ ਚਰਬੀ ਜੋ ਆਂਦਰਾਂ ਨੂੰ ਕੱਜਦੀ ਹੈ ਅਤੇ ਉਹ ਸਾਰੀ ਚਰਬੀ ਜਿਹੜੀ ਆਂਦਰਾਂ ਦੇ ਉੱਤੇ ਹੈ ਅਤੇ ਦੋਵੇਂ ਗੁਰਦੇ ਅਤੇ ਬੱਕੀਆਂ ਦੇ ਕੋਲ ਉਹਨਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਛਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ ਅਤੇ ਹਾਰੂਨ ਦੇ ਪੁੱਤਰ ਉਸ ਨੂੰ ਹੋਮ ਬਲੀ ਦੇ ਉੱਤੇ ਜੋ ਅੱਗ ਦੀ ਲੱਕੜ ਦੇ ਉੱਤੇ ਹੈ ਜਗਵੇਦੀ ਉੱਤੇ ਸਾੜੇ। ਇਹ ਯਹੋਵਾ ਦੇ ਅੱਗੇ ਇੱਕ ਸੁੰਗਪਤਾ ਅੱਗ ਦੀ ਪੈਂਟ ਹੈ ਅਤੇ ਜੇ ਉਸ ਦੀ ਸੁੱਖ ਸ਼ਾਂਤ ਦੀ ਬਲੀ ਦੀ ਪੈਂਟ ਯਹੋਵਾ ਦੇ ਅੱਗੇ ਇੱਜੜ ਵਿੱਚੋਂ ਹੋਵੇ ਤਾਂ ਭਾਵੇਂ ਨਰ ਜਾਂ ਮਦੀਨ ਹੋਵੇ ਉਸ ਨੂੰ ਪੱਜ ਤੋਂ ਰਹਿਤ ਚੜਾਵੇ। ਜੇ ਉਹ ਆਪਣੀ ਪੈਂਟ ਵਿੱਚੋਂ ਲੇਲਾ ਚੜਾਵੇ ਤਾਂ ਉਹ ਉਸ ਨੂੰ ਯਹੋਵਾ ਦੇ ਅੱਗੇ ਚੜਾਵੇ ਅਤੇ ਉਹ ਆਪਣਾ ਹੱਥ ਆਪਣੀ ਪੈਂਟ ਦੇ ਸਿਰ ਉੱਤੇ ਧਰ ਕੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਢ ਸੁੱਟੇ ਅਤੇ ਹਾਰੂਨ ਦੇ ਪੁੱਤਰ ਉਸ ਦਾ ਲਹੂ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਣ ਅਤੇ ਸੁੱਖ ਸ਼ਾਂਤ ਦੀ ਬਲੀ ਵਿੱਚੋਂ ਉਹ ਯਹੋਵਾ ਦੇ ਅੱਗੇ ਇੱਕ ਅੱਗ ਦੀ ਪੈਂਟ ਚੜਾਵੇ। ਉਸ ਦੀ ਚਰਬੀ ਅਤੇ ਸਾਰੀ ਪੂਛ ਰੀੜ ਦੇ ਕੋਲੋਂ ਵੱਢ ਕੇ ਅਤੇ ਸਾਰੀ ਚਰਬੀ ਜੋ ਆਂਦਰਾਂ ਦੇ ਉੱਤੇ ਹੈ ਅਤੇ ਦੋਵੇਂ ਗੁਰਦੇ ਅਤੇ ਵਕਿਆਂ ਦੇ ਕੋਲ ਉਹਨਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਛਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀਆਂ ਕਰੇ ਅਤੇ ਜਾਜਕ ਉਸ ਨੂੰ ਜਗਵੇਦੀ ਉੱਤੇ ਸਾੜੇ। ਇਹ ਯਹੋਵਾ ਦੇ ਅੱਗੇ ਅੱਗ ਦੀ ਪੇਂਟ ਦਾ ਪ੍ਰਸਾਦ ਹੈ ਅਤੇ ਜੇ ਉਸ ਦੀ ਪੇਂਟ ਬੱਕਰਾ ਹੋਵੇ ਤਾਂ ਉਹ ਉਸ ਨੂੰ ਯਹੋਵਾ ਦੇ ਅੱਗੇ ਚੜਾਵੇ ਅਤੇ ਉਹ ਆਪਣਾ ਹੱਥ ਉਸ ਦੇ ਸਿਰ ਉੱਤੇ ਧਰ ਕੇ ਮੰਡਲੀ ਦੇ ਡੇਰੇ ਦੇ ਅੱਗੇ ਉਸ ਨੂੰ ਵੱਢ ਸੁੱਟੇ ਅਤੇ ਹਾਰੂਨ ਦੇ ਪੁੱਤਰ ਉਸ ਦਾ ਲਹੂ ਜਗਵੇਦੀ ਦੇ ਉੱਤੇ ਚੁਫੇਰੇ ਛਿਣਕਣ ਅਤੇ ਉਹ ਉਸ ਵਿੱਚੋਂ ਆਪਣੀ ਪੇਂਟ ਚੜਾਵੇ ਅਰਥਾਤ ਯਹੋਵਾ ਦੇ ਅੱਗੇ ਇੱਕ ਅੱਗ ਦੀ ਪੇਂਟ ਉਹ ਚਰਬੀ ਜੋ ਆਂਦਰਾਂ ਨੂੰ ਕੱਜਦੀ ਹੈ ਅਤੇ ਸਾਰੀ ਚਰਬੀ ਜੋ ਆਂਦਰਾਂ ਦੇ ਉੱਤੇ ਹੈ ਅਤੇ ਦੋਵੇਂ ਗੁਰਦੇ ਅਤੇ ਵਕਿਆਂ ਦੇ ਕੋਲ ਉਹਨਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਛਿੱਲੀ ਨੂੰ ਜੋ ਕਲੇਜੇ ਉੱਤੇ ਹੈ ਗੁਰਦਿਆਂ ਸਣੇ ਉਹ ਵੱਖਰੀ ਕਰੇ ਅਤੇ ਜਾਜਕ ਉਹਨਾਂ ਨੂੰ ਜਗਵੇਦੀ ਉੱਤੇ ਸਾੜੇ। ਇਹ ਅੱਗ ਦੀ ਸੁੰਗਪਤਾ ਦੀ ਪੇਂਟ ਦਾ ਪ੍ਰਸਾਦ ਹੈ। ਸਾਰੀ ਚਰਬੀ ਯਹੋਵਾ ਦੀ ਹੈ। ਇਹ ਤੁਹਾਡੀਆਂ ਪੀੜ੍ਹੀਆਂ ਦੇ ਲਈ ਤੁਹਾਡੇ ਸਾਰੇ ਵਸੇਬਿਆਂ ਵਿੱਚ ਇੱਕ ਸਦਾ ਦੀ ਵਿਧੀ ਹੈ ਭਈ ਤੁਸਾਂ ਨਾ ਚਰਬੀ ਨਾ ਲਹੂ ਖਾਣਾ। ਲੇਵੀਆਂ ਦੀ ਪੋਥੀ ਅਧਿਆਇ 4। ਯਹੋਵਾ ਮੂਸਾ ਨੂੰ ਆਖਿਆ ਕਿ ਇਸਰਾਏਲੀਆਂ ਨੂੰ ਬੋਲ ਕਿ ਜੋ ਕੋਈ ਪ੍ਰਾਣੀ ਯਹੋਵਾ ਦੀਆਂ ਆਗਿਆਂ ਵਿੱਚ ਅਣਜਾਣ ਹੋ ਕੇ ਕਿਸੇ ਪਾਪ ਕਰੇ ਉਹਨਾਂ ਗੱਲਾਂ ਵਿੱਚੋਂ ਜੋ ਕਰਨ ਯੋਗ ਨਹੀਂ ਉਹਨਾਂ ਨੂੰ ਕਰੇ। ਜੇ
ਕਦੀ ਮਸਾ ਕੀਤੇ ਹੋਏ ਜਾਜਕ ਲੋਕਾਂ ਨੂੰ ਦੋਸ਼ੀ ਬਣਾਉਣ ਦਾ ਪਾਪ ਕਰੇ ਤਾਂ ਉਹ ਆਪਣੇ ਪਾਪ ਦੇ ਲਈ ਜੋ ਉਸਨੇ ਕੀਤਾ ਇੱਕ ਜਵਾਨ ਬਲਦ ਬੱਝ ਤੋਂ ਰਹਿਤ ਯਹੋਵਾ ਦੇ ਅੱਗੇ ਪਾਪ ਦੀ ਭੇਂਟ ਕਰਕੇ ਲਿਆਵੇ ਔਰ ਉਹ ਉਸ ਬਲਦ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਯਹੋਵਾ ਦੇ ਅੱਗੇ ਲਿਆਵੇ ਅਤੇ ਆਪਣਾ ਹੱਥ ਬਲਦ ਦੇ ਸਿਰ ਉੱਤੇ ਧਰ ਕੇ ਬਲਦ ਨੂੰ ਯਹੋਵਾ ਦੇ ਅੱਗੇ ਕੱਟ ਸਿੱਟੇ ਅਤੇ ਮਸਾ ਕੀਤੇ ਹੋਏ ਜਾਜਕ ਉਸ ਬਲਦ ਦੇ ਲਹੂ ਵਿੱਚੋਂ ਕੁਝ ਲੈ ਕੇ ਮੰਡਲੀ ਦੇ ਡੇਰੇ ਨੂੰ ਲਿਆਵੇ ਅਤੇ ਜਾਜਕ ਆਪਣੀ ਉਂਗਲੀ ਲਹੂ ਵਿੱਚ ਡੋਬ ਕੇ ਪਵਿੱਤਰ ਅਸਥਾਨ ਦੇ ਪਰਦੇ ਦੇ ਮੋਰੇ ਉਹ ਲਹੂ ਯਹੋਵਾ ਦੇ ਅੱਗੇ 7 ਵਾਰੀ ਛਿਣਕੇ ਅਤੇ ਜਾਜਕ ਉਸ ਲਹੂ ਵਿੱਚੋਂ ਸੁੰਗਤੀ ਧੂਪ ਦੀ ਜਗਵੇਦੀ ਦੇ ਸਿੰਘਾਂ ਉੱਤੇ ਜੋ ਮੰਡਲੀ ਦੇ ਡੇਰੇ ਵਿੱਚ ਹੈ ਯਹੋਵਾ ਦੇ ਅੱਗੇ ਕੁਝ ਪਾਵੇ ਅਤੇ ਬਲਦ ਦਾ ਸਾਰਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਤੋਂ ਜੋ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਹੈ ਡੋਲ ਦੇਵੇ ਅਤੇ ਉਹ ਉਸ ਤੋਂ ਬਲਦ ਦੀ ਸਾਰੀ ਚਰਬੀ ਪਾਪ ਦੀ ਭੇਂਟ ਕਰਕੇ ਵੱਖਰੀ ਕਰੇ ਉਹ ਚਰਬੀ ਜੋ ਅੰਦਰਾਂ ਨੂੰ ਖੱਜਦੀ ਹੈ ਅਤੇ ਸਾਰੇ ਚਰਬੀ ਜੋ ਅੰਦਰਾਂ ਦੇ ਉੱਤੇ ਹੈ ਅਤੇ ਦੋਵੇਂ ਗੁਰਦੇ ਅਤੇ ਬੱਖੀਆਂ ਦੇ ਕੋਲ ਉਹਨਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਚਿੱਲੀ ਨੂੰ ਜੋ ਕਲੇਜੇ ਉੱਤੇ ਹੈ ਕੁਰਦੀਆਂ ਸਨੇ ਉਹ ਵੱਖਰੀ ਕਰੇ ਜਿਸ ਤਰ੍ਹਾਂ ਉਹ ਸੁਖ ਸ਼ਾਂਤੀ ਦੀਆਂ ਭੇਟਾਂ ਦੀ ਬਲੀ ਦੇ ਬਲਦ ਤੋਂ ਵੱਖਰੇ ਹੋਏ ਅਤੇ ਜਾਜਕ ਉਹਨਾਂ ਦੇ ਹੋਮ ਦੀ ਜਗਵੇਦੀ ਉੱਤੇ ਸਾੜੇ ਅਤੇ ਬਲਦ ਦੀ ਕੱਲ ਉਸ ਦਾ ਸਾਰਾ ਮਾਸ ਅਤੇ ਉਸ ਦੇ ਸਿਰ ਸਨੇ ਅਤੇ ਉਸ ਦੀਆਂ ਲੱਤਾਂ ਸਨੇ ਅਤੇ ਉਸ ਦੀਆਂ ਅੰਦਰਾਂ ਅਤੇ ਉਸ ਦਾ ਗੋਹਾ ਅਰਥਾਤ ਸਾਰਾ ਬਲਦ ਉਹ ਡੇਰਿਆਂ ਤੋਂ ਬਾਹਰ ਇੱਕ ਸੁਧਰੀ ਥਾਂ ਵਿੱਚ ਜਿੱਤੇ ਸੁਆਹ ਪੈਂਦੀ ਹੈ ਲੈ ਜਾਵੇ ਅਤੇ ਉਸ ਨੂੰ ਅੱਗ ਨਾਲ ਲੱਕੜਾਂ ਉੱਤੇ ਸਾੜ ਸੁੱਟੇ ਉਹ ਉੱਤੇ ਹੀ ਸਾੜਿਆ ਜਾਏ ਜਿੱਤੇ ਸੁਆਹ ਰੱਖੀ ਜਾਂਦੀ ਹੈ। ਜੇ ਕਦੀ ਇਸਰਾਏਲ ਦੀ ਸਾਰੀ ਮੰਡਲੀ ਅਣਜਾਣ ਹੋ ਕੇ ਪਾਪ ਕਰੇ ਅਤੇ ਇਹ ਗੱਲ ਸਭਾ ਤੋਂ ਗੁੱਛੀ ਹੋਵੇ ਅਤੇ ਉਹਨੇ ਯਹੋਵਾ ਦੀਆਂ ਆਗਿਆਂ ਵਿੱਚੋਂ ਉਹ ਕੀਤਾ ਜੋ ਕਰਨ ਯੋਗ ਨਹੀਂ ਸੀ ਅਤੇ ਦੋਸ਼ੀ ਹੋਵੇ ਜਾਂ ਉਹ ਪਾਪ ਜੋ ਉਹ ਉਸ ਵਿੱਚ ਕੀਤਾ ਹੈ ਪ੍ਰਗਟ ਹੋ ਗਿਆ ਤਾਂ ਮੰਡਲੀ ਇੱਕ ਜਵਾਨ ਬਲਦ ਪਾਪ ਦੇ ਲਈ ਚੜਾਵੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਵੇ ਅਤੇ ਮੰਡਲੀ ਦੇ ਬਜ਼ੁਰਗ ਬਲਦ ਦੇ ਸਿਰ ਉੱਤੇ ਯਹੋਵਾ ਦੇ ਅੱਗੇ ਆਪਣੇ ਹੱਥ ਰੱਖਣ ਅਤੇ ਯਹੋਵਾ ਦੇ ਅੱਗੇ ਉਹ ਬਲਦ ਕੱਟਿਆ ਜਾਏ ਅਤੇ ਉਹ ਮਸਾ ਕੀਤਾ ਹੋਇਆ ਜਾਜਕ ਬਲਦ ਦੇ ਲਹੂ ਵਿੱਚੋਂ ਮੰਡਲੀ ਦੇ ਡੇਰੇ ਕੋਲ ਕੁਝ ਲਿਆਵੇ ਅਤੇ ਜਾਜਕ ਉਸ ਲਹੂ ਵਿੱਚ ਆਪਣੀ ਉਂਗਲੀ ਡੋਬ ਕੇ ਪਰਦੇ ਦੇ ਮੂਹਰੇ ਯਹੋਵਾ ਦੇ ਅੱਗੇ ਉਸ ਨੂੰ 7 ਵਾਰੀ ਛਿਣਕੇ ਅਤੇ ਉਹ ਉਸ ਲਹੂ ਵਿੱਚੋਂ ਉਸ ਜਗਵੇਦੀ ਦੇ ਸਿੰਘਾਂ ਦੇ ਉੱਤੇ ਜੋ ਯਹੋਵਾ ਦੇ ਅੱਗੇ ਹੈ ਜੋ ਮੰਡਲੀ ਦੇ ਡੇਰੇ ਵਿੱਚ ਹੈ ਕੁਝ ਪਾਵੇ ਅਤੇ ਸਾਰਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਜੋ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਹੈ ਡੋਲ ਦੇਵੇ ਅਤੇ ਉਹ ਉਸ ਦੇ ਉੱਤੇ ਉਸ ਦੀ ਸਾਰੀ ਚਰਬੀ ਲੈ ਕੇ ਜਗਵੇਦੀ ਦੇ ਉੱਤੇ ਸਾੜੇ ਅਤੇ ਜਿਸ ਤਰ੍ਹਾਂ ਉਸਨੇ ਪਾਪ ਦੀ ਭੇਂਟ ਦੇ ਬਲਦ ਨਾਲ ਕੀਤਾ ਤੇਹਾ ਹੀ ਉਹ ਇਹ ਬਲਦ ਨਾਲ ਕਰੇ ਅਤੇ ਜਾਜਕ ਉਹਨਾਂ ਦੇ ਲਈ ਪ੍ਰਾਸ਼ਚਿਤ ਕਰੇ ਅਤੇ ਉਸ ਦੀ ਕੀਮਾ ਹੋ ਜਾਵੇਗੀ ਅਤੇ ਉਹ ਜਿਸ ਤਰ੍ਹਾਂ ਉਸਨੇ ਪਹਿਲੇ ਬਲਦ ਨੂੰ ਸਾੜਿਆ ਉਸੇ ਤਰ੍ਹਾਂ ਇਸ ਬਲਦ ਨੂੰ ਡੇਰਿਓਂ ਬਾਹਰ ਲੈ ਜਾ ਕੇ ਸਾੜੇ ਇਹ ਮੰਡਲੀ ਦੇ ਲਈ ਪਾਪ ਦੀ ਭੇਂਟ ਹੈ। ਜਾਂ ਕੋਈ ਪ੍ਰਧਾਨ ਪਾਪ ਕਰੇ ਅਤੇ ਯਹੋਵਾ ਆਪਣੇ ਪਰਮੇਸ਼ਰ ਦੀਆਂ ਆਗਿਆਂ ਵਿੱਚੋਂ ਅਣਜਾਣ ਹੋ ਕੇ ਕੁਝ ਕੀਤਾ ਜੋ ਕਰਨ ਯੋਗ ਨਹੀਂ ਸੀ ਸੋ ਦੋਸ਼ੀ ਠਹਿਰਾਇਆ
ਜੇ ਉਸ ਦਾ ਪਾਪ ਜੋ ਉਸਨੇ ਕੀਤਾ ਉਸ ਉੱਤੇ ਪ੍ਰਗਟ ਹੋ ਜਾਏ ਤਾਂ ਉਹ ਆਪਣੀ ਭੇਂਟ ਲਿਆਵੇ, ਬੱਕਰੀਆਂ ਵਿੱਚੋਂ ਇੱਕ ਕਠੋਰਾ ਨਰ ਬੱਚੇ ਤੋਂ ਰਹਿਤ, ਅਤੇ ਉਹ ਆਪਣੇ ਹੱਥ ਬੱਕਰੇ ਦੇ ਸਿਰ ਉੱਤੇ ਧਰ ਕੇ ਉਸ ਥਾਂ ਵਿੱਚ ਜਿੱਥੇ ਉਹ ਯਹੋਵਾ ਦੇ ਅੱਗੇ ਹੋਮ ਬਲੀ ਨੂੰ ਕੱਟਦੇ ਸਨ ਕੱਟ ਸੁੱਟੇ। ਇਹ ਇੱਕ ਪਾਪ ਦੀ ਭੇਂਟ ਹੈ ਅਤੇ ਜਾਜਕ ਉਸ ਪਾਪ ਦੀ ਭੇਂਟ ਤੋਂ ਆਪਣੀ ਉਂਗਲ ਨਾਲ ਕੁਝ ਲੈ ਕੇ ਹੋਮ ਦੀ ਜਗਵੇਦੀ ਦੇ ਸਿੰਗਾਂ ਉੱਤੇ ਪਾਵੇ ਅਤੇ ਉਸ ਦਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ ਦੇਵੇ, ਅਤੇ ਉਹ ਉਸ ਦੀ ਸਾਰੀ ਚਰਬੀ ਸੁੱਖ ਸ਼ਾਂਤੀ ਦੀ ਬਲੀ ਦੀ ਚਰਬੀ ਵਰਗੀ ਜਗਵੇਦੀ ਉੱਤੇ ਸਾੜੇ, ਅਤੇ ਜਾਜਕ ਉਸ ਦੇ ਪਾਪ ਦੇ ਲਈ ਪ੍ਰਾਸ਼ਚਿਤ ਕਰੇ ਅਤੇ ਉਹਦੀ ਕੀਮਾ ਹੋ ਜਾਵੇਗੀ। ਜੇ ਕੋਈ ਆਮ ਲੋਕਾਂ ਵਿੱਚੋਂ ਯਹੋਵਾ ਦੀਆਂ ਆਗਿਆਂ ਵਿੱਚੋਂ ਅਣਜਾਣ ਹੋ ਕੇ ਕਿਸੇ ਵਿੱਚ ਪਾਪ ਕਰੇ ਜੋ ਕਰਨ ਯੋਗ ਨਹੀਂ ਸੀ ਅਤੇ ਦੋਸ਼ੀ ਠਹਿਰੇ, ਜਾਂ ਜੇ ਉਸ ਦਾ ਪਾਪ ਜੋ ਉਸਨੇ ਕੀਤਾ ਉਸ ਨੂੰ ਮਾਲੂਮ ਹੋ ਜਾਏ ਤਾਂ ਉਹ ਆਪਣੀ ਭੇਂਟ ਲਿਆਵੇ, ਬੱਕਰੀਆਂ ਵਿੱਚੋਂ ਪਟਨਾਰੀ ਪੰਜ ਤੋਂ ਰਹਿਤ ਉਸ ਪਾਪ ਦੇ ਲਈ ਜੋ ਉਸਨੇ ਕੀਤਾ, ਅਤੇ ਉਹ ਆਪਣਾ ਹੱਥ ਉਸ ਪਾਪ ਦੀ ਭੇਂਟ ਦੇ ਸਿਰ ਉੱਤੇ ਧਰ ਕੇ ਹੋਮ ਦੀ ਥਾਂ ਵਿੱਚ ਉਸ ਪਾਪ ਦੀ ਭੇਂਟ ਨੂੰ ਕੱਟ ਸੁੱਟੇ, ਅਤੇ ਜਾਜਕ ਆਪਣੀ ਉਂਗਲ ਨਾਲ ਉਸ ਦੇ ਲਹੂ ਤੋਂ ਕੁਝ ਲੈ ਕੇ ਉਸ ਨੂੰ ਹੋਮ ਦੀ ਜਗਵੇਦੀ ਦੇ ਸਿੰਗਾਂ ਉੱਤੇ ਪਾਵੇ ਅਤੇ ਉਸ ਦਾ ਸਾਰਾ ਲਹੂ ਜਗਵੇਦੀ ਦੇ ਹੇਠ ਡੋਲ ਦੇਵੇ, ਅਤੇ ਉਹ ਜਿਸ ਤਰ੍ਹਾਂ ਸੁੱਖ ਸ਼ਾਂਤ ਦੀਆਂ ਬਲੀਆਂ ਵਿੱਚੋਂ ਚਰਬੀ ਵੱਖਰੀ ਹੋਈ ਸੀ ਉਸੇ ਤਰ੍ਹਾਂ ਉਸ ਦੀ ਸਾਰੀ ਚਰਬੀ ਵੱਖਰੀ ਕਰੇ, ਅਤੇ ਜਾਜਕ ਯਹੋਵਾ ਦੇ ਅੱਗੇ ਉਸ ਨੂੰ ਸੁੰਗਤਾ ਕਰਕੇ ਜਗਵੇਦੀ ਦੇ ਉੱਤੇ ਸਾੜੇ, ਅਤੇ ਜਾਜਕ ਉਸ ਦੇ ਲਈ ਪ੍ਰਾਸ਼ਚਿਤ ਕਰੇ ਅਤੇ ਉਹ ਉਸ ਨੂੰ ਕੀਮਾ ਹੋ ਜਾਵੇਗੀ। ਅਤੇ ਜੇ ਉਹ ਪਾਪ ਦੀ ਭੇਂਟ ਵਿੱਚ ਇੱਕ ਭੇਡ ਲਿਆਵੇ, ਉਹ ਬਜ ਤੋਂ ਰਹਿਤ ਲੇਲੀ ਲਿਆਵੇ, ਅਤੇ ਉਹ ਆਪਣਾ ਹੱਥ ਪਾਪ ਦੀ ਭੇਂਟ ਦੇ ਸਿਰ ਉੱਤੇ ਧਰ ਕੇ ਉਸ ਥਾਂ ਵਿੱਚ ਜਿੱਥੇ ਹੋਮ ਨੂੰ ਕੱਟਦੇ ਹਨ ਉਸ ਨੂੰ ਇੱਕ ਪਾਪ ਦੀ ਭੇਂਟ ਕਰਕੇ ਕੱਟ ਸੁੱਟੇ, ਅਤੇ ਜਾਜਕ ਆਪਣੀ ਉਂਗਲ ਨਾਲ ਪਾਪ ਦੀ ਭੇਂਟ ਤੋਂ ਕੁਝ ਲਹੂ ਲੈ ਕੇ ਹੋਮ ਦੀ ਜਗਵੇਦੀ ਸਿੰਗਾਂ ਉੱਤੇ ਪਾਵੇ, ਅਤੇ ਉਸ ਦਾ ਸਾਰਾ ਲਹੂ ਜਗਵੇਦੀ ਦੇ ਹੇਠ ਡੋਲ ਦੇਵੇ, ਅਤੇ ਉਹ ਉਸ ਦੀ ਸਾਰੀ ਚਰਬੀ ਜਿਸ ਤਰ੍ਹਾਂ ਸੁੱਖ ਸ਼ਾਂਤ ਦੀਆਂ ਬਲੀਆਂ ਤੋਂ ਲੇਲੇ ਦੀ ਚਰਬੀ ਵੱਖਰੀ ਹੋਈ ਸੀ ਵੱਖਰੀ ਕਰੇ, ਅਤੇ ਜਾਜਕ ਯਹੋਵਾ ਦੀਆਂ ਅੱਗ ਦੀਆਂ ਭੇਟਾਂ ਦੇ ਅਨੁਸਾਰ ਉਹਨਾਂ ਨੂੰ ਸਾੜੇ, ਅਤੇ ਜਾਜਕ ਉਸ ਦੇ ਪਾਪ ਦੇ ਲਈ ਜੋ ਉਸਨੇ ਕੀਤਾ ਪ੍ਰਾਸ਼ਚਿਤ ਕਰੇ, ਅਤੇ ਉਹਦੀ ਕੀਮਾ ਹੋ ਜਾਵੇਗੀ। ਆਮੀਨ। ਮਤੀ ਦੀ ਇੰਜੀਲ ਅਧਿਆਇ 2। ਜਾਂ ਯਿਸੂ ਰਾਜਾ ਹੈਰੋਦਸ ਦੇ ਦਿਨੀ ਯਹੂਦੀਆ ਦੇ ਬੈਤਲਹੇਮ ਵਿੱਚ ਜੰਮਿਆ ਤਾਂ ਦੇਖੋ, ਜੋਤਸ਼ੀਆਂ ਨੇ ਚੜ੍ਹਦੇ ਪਾਸਿਓਂ ਯਰੂਸ਼ਲਮ ਵਿੱਚ ਆਣ ਕੇ ਕਿਹਾ, ਜਿਹੜਾ ਯਹੂਦੀਆਂ ਦਾ ਬਾਦਸ਼ਾਹ ਜੰਮਿਆ ਹੈ ਉਹ ਕਿੱਥੇ ਹੈ? ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹਦਾ ਤਾਰਾ ਡਿੱਠਾ ਅਤੇ ਉਹਨੂੰ ਮੱਥਾ ਟੇਕਣ ਆਏ ਹਾਂ। ਇਹ ਗੱਲ ਸੁਣ ਕੇ ਰਾਜਾ ਹੈਰੋਦੇਸ ਸਾਰੇ ਯਰੂਸ਼ਲਮ ਸਣੇ ਘਬਰਾਇਆ, ਅਤੇ ਉਸਨੇ ਸਾਰੇ ਪ੍ਰਧਾਨ ਜਾਜਕਾਂ ਅਤੇ ਕੌਮ ਦੇ ਕਰੰਤੀਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਪੁੱਛਿਆ, ਜੋ ਮਸੀਹ ਕਿੱਥੇ ਜੰਮੇਗਾ? ਉਹਨਾਂ ਨੇ ਉਸ ਨੂੰ ਕਿਹਾ, ਯਹੂਦੀਆ ਦੇ ਬੈਤਲਹੇਮ ਵਿੱਚ, ਕਿਉਂ ਜੋ ਨਬੀ ਦੇ ਰਾਹੀਂ ਐਂ ਲਿਖਿਆ ਹੋਇਆ ਹੈ ਕਿ ਹੇ ਬੈਤਲਹੇਮ ਯਹੂਦਾ ਦੇਸ ਦੇ, ਤੂੰ ਯਹੂਦਾ ਦੇ ਹਾਕਮਾਂ ਵਿੱਚੋਂ ਕਿਸੇ ਤਰ੍ਹਾਂ ਛੋਟਾ ਨਹੀਂ ਹੈ, ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿਕਲੇਗਾ ਜਿਹੜਾ ਮੇਰੀ ਪ੍ਰਜਾ ਇਸਰਾਏਲ ਦੀ ਪਾਲਣਾ ਕਰੇਗਾ। ਤਦ ਹੈਰੋਦੇਸ ਨੇ ਜੋਤਸ਼ੀਆਂ ਨੂੰ ਚੁੱਪ ਕੀਤੇ ਬੁਲਾ ਕੇ ਉਹਨਾਂ ਕੋਲੋਂ ਠੀਕ ਠੀਕ ਪਤਾ ਲਿਆ ਕਿ
ਤਾਰਾ ਕਦੋਂ ਵਿਖਾਈ ਦਿੱਤਾ ਅਤੇ ਉਸਨੇ ਉਹਨਾਂ ਨੂੰ ਬੈਤਲਹੇਮ ਵੱਲ ਇਹ ਕਹਿ ਕੇ ਘੱਲਿਆ, ਭਈ ਜਾਓ, ਯਤਨ ਨਾਲ ਉਸ ਬਾਲਕ ਦੀ ਭਾਲ ਕਰੋ, ਔਰ ਜਦ ਉਹ ਲੱਭ ਪਵੇ ਤਦ ਮੁੜ ਮੈਨੂੰ ਖਬਰ ਦਿਓ, ਤਾਂ ਮੈਂ ਵੀ ਜਾ ਕੇ ਉਹਨੂੰ ਮੱਥਾ ਟੇਕਾਂ। ਉਹ ਰਾਜੇ ਦੀ ਸੁਣ ਕੇ ਤੁਰ ਪਏ ਅਤੇ ਵੇਖੋ, ਉਹ ਤਾਰਾ ਜਿਹੜਾ ਉਹਨਾਂ ਨੇ ਚੜ੍ਹਦੇ ਪਾਸੇ ਡਿੱਠਾ ਸੀ, ਉਹਨਾਂ ਦੇ ਅੱਗੇ ਅੱਗੇ ਚੱਲਿਆ, ਇੱਥੋਂ ਤੀਕ ਜੋ ਉਸ ਥਾਂ ਦੇ ਉੱਤੇ ਜਾ ਟਿਕਿਆ ਜਿੱਥੇ ਉਹ ਬਾਲਕ ਸੀ। ਅਤੇ ਤਾਰੇ ਨੂੰ ਵੇਖ ਕੇ ਉਹ ਵੱਡੇ ਹੀ ਆਨੰਦ ਹੋਏ ਅਤੇ ਉਹਨਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹਦੀ ਮਾਤਾ ਮਰੀਅਮ ਦੇ ਨਾਲ ਡਿੱਠਾ ਔਰ ਪੈਰੀ ਪੈ ਕੇ ਉਹਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ ਕੇ ਸੋਨਾ ਅਤੇ ਲੁਬਾਨ ਅਤੇ ਕੰਦਰਸ ਉਹਦੀ ਪੈਂਟ ਕੀਤੀ, ਔਰ ਸੁਪਨੇ ਵਿੱਚ ਕਬਰ ਪਾ ਕੇ ਜੋ ਹੈਰਦੇਸ ਦੇ ਕੋਲ ਫਿਰ ਨਾ ਜਾਣ, ਉਹ ਹੋਰ ਰਸਤੇ ਆਪਣੇ ਦੇਸ਼ ਨੂੰ ਮੁੜ ਗਏ। ਜਾਂ ਉਹ ਤੁਰ ਗਏ ਸਨ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਯੂਸੁਫ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ, ਉੱਠ, ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਦੇਸ਼ ਨੂੰ ਭੱਜ ਜਾ, ਅਤੇ ਜਦ ਤੀਕਰ ਮੈਂ ਤੈਨੂੰ ਨਾ ਆਕਾਂ ਉੱਥੇ ਹੀ ਰਹਿ, ਕਿਉਂ ਜੋ ਹੈਰਦੇਸ ਉਹਦੇ ਨਾਸ ਕਰਨ ਲਈ ਇਸ ਬਾਲਕ ਨੂੰ ਪਾਲੇਗਾ। ਤਦ ਉਹ ਉੱਠ ਕੇ ਰਾਤੋਂ ਰਾਤ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ ਅਤੇ ਹੈਰਦੇਸ ਦੇ ਮਰਨ ਤੋੜੀ ਉੱਥੇ ਰਿਹਾ, ਇਸ ਲਈ ਕਿ ਜਿਹੜਾ ਬਚਨ ਪ੍ਰਭੂ ਨੇ ਨਬੀ ਦੀ ਜ਼ੁਬਾਨੀ ਆਖਿਆ ਸੀ ਪੂਰਾ ਹੋਵੇ, ਭਈ ਮੈਂ ਆਪਣੇ ਪੁੱਤਰਾਂ ਨੂੰ ਮਿਸਰ ਵਿੱਚੋਂ ਸੱਦਿਆ। ਜਾਂ ਹੈਰਦੇਸ ਨੇ ਵੇਖਿਆ ਕਿ ਜੋਤਸ਼ੀਆਂ ਨੇ ਮੇਰੇ ਨਾਲ ਮਖੌਲ ਕੀਤਾ, ਤਾਂ ਉਹਨੂੰ ਵੱਡਾ ਕ੍ਰੋਧ ਆਇਆ ਅਤੇ ਮਨੁੱਖਾਂ ਨੂੰ ਘੱਲ ਕੇ ਬੈਤਲਹੇਮ ਅਤੇ ਉਹਦੇ ਆਲੇ ਦੁਆਲੇ ਦੇ ਸਭਨਾਂ ਨਿੰਗਰਾਂ ਨੂੰ ਮਰਵਾ ਸੁੱਟਿਆ, ਜਿਹੜੇ 2 ਵਰ੍ਹਿਆਂ ਦੇ ਅਤੇ ਇਦੋਂ ਸਿਆਣੇ ਸਨ, ਉਸ ਸਮੇਂ ਦੇ ਅਨੁਸਾਰ ਜਿਹੜਾ ਜੋਤਸ਼ੀਆਂ ਤੋਂ ਠੀਕ ਪਤਾ ਲਿਆ ਸੀ। ਤਦ ਉਹ ਵਚਨ ਜਿਹੜਾ ਯਰਮੀਆ ਨਬੀ ਨੇ ਆਖਿਆ ਸੀ ਪੂਰਾ ਹੋਇਆ, ਭਈ ਰਾਮਾਂ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ। ਰਾਖੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ ਅਤੇ ਤਸਲੀ ਨਹੀਂ ਚਾਹੁੰਦੀ, ਇਸ ਲਈ ਜੋ ਉਹ ਨਹੀਂ ਹਨ। ਜਾਂ ਹੈਰਦੇਸ ਮਰ ਗਿਆ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸੁਫ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ, ਉੱਠ, ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ਼ ਨੂੰ ਜਾ, ਕਿਉਂਕਿ ਜਿਹੜੇ ਬਾਲਕ ਦੇ ਪ੍ਰਾਣਾਂ ਦੇ ਵੇਰੀ ਸਨ ਉਹ ਮਰ ਗਏ। ਤਦ ਉਹ ਉੱਠਿਆ ਅਤੇ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇ ਦੇਸ਼ ਵਿੱਚ ਆਇਆ। ਪਰ ਜਾਂ ਸੁਣਿਆ ਜੋ ਅਰਕਿਲਾਉਸ ਯਹੂਦੀਆ ਵਿੱਚ ਆਪਣੇ ਪਿਤਾ ਹੈਰਦੇਸ ਦੇ ਤਾਂ ਰਾਜ ਕਰਦਾ ਹੈ, ਤਾਂ ਉੱਤੇ ਜਾਣ ਤੋਂ ਡਰਿਆ, ਪਰ ਸੁਪਨੇ ਵਿੱਚ ਕਬਰ ਪਾ ਕੇ ਗਲੀਲ ਦੇ ਇਲਾਕੇ ਵਿੱਚ ਚੱਲਿਆ ਗਿਆ ਅਤੇ ਨਾਸਰਤ ਨਾਮੇ ਇੱਕ ਨਗਰ ਵਿੱਚ ਜਾ ਵਸਿਆ, ਇਸ ਲਈ ਕਿ ਜਿਹੜਾ ਬਚਨ ਨਬੀ ਦੀ ਜ਼ੁਬਾਨੀ ਆਖਿਆ ਗਿਆ ਸੀ ਪੂਰਾ ਹੋਵੇ, ਜੋ ਉਹ ਨਾਸਰੀ ਕਹਾਵੇਗਾ। ਆਮੀਨ, ਆਮੀਨ। ਪ੍ਰਭੂ ਦੇ ਪਿਆਰਿਓ, ਤੁਹਾਨੂੰ ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਮੈਂ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਉਹ ਅੱਜ ਆਪਾਂ ਨੂੰ ਦਿੱਤਾ ਹੈ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਆਪਾਂ ਦੇਖਾਂਗੇ। ਉਤਪਤੀ ਦੀ ਕਿਤਾਬ ਅਧਿਆਇ 2 ਦੇ 19 ਦੇ ਵਿੱਚ ਇਸ ਪ੍ਰਕਾਰ ਦੇਖਦੇ ਹਾਂ, ਪਰਮੇਸ਼ਰ ਮਿੱਟੀ ਤੋਂ ਹਰੇਕ ਜੰਗਲ ਦੇ ਜਾਨਵਰ ਨੂੰ, ਆਕਾਸ਼ ਦੇ ਹਰੇਕ ਪੰਛੀ ਨੂੰ ਰਚਿਆ ਅਤੇ ਉਹਨਾਂ ਨੂੰ ਆਦਮ ਕੋਲ ਲੈ ਆਇਆ ਤਾਂ ਕਿ ਆਦਮ ਉਹਨਾਂ ਦੇ ਨਾਮ ਰੱਖੇ। ਪਰਮੇਸ਼ਰ ਆਪ ਖੁਦ ਉਹਨਾਂ ਦੇ ਨਾਮ ਰੱਖ ਸਕਦਾ ਸੀ, ਜਦ ਕਿ ਇੱਕ ਇਨਸਾਨ ਇਸ ਦੁਨੀਆ ਦੇ ਵਿੱਚ ਕੁਝ ਚੀਜ਼ ਨੂੰ ਖੋਜ ਕੱਢੇ ਤਾਂ ਉਸ ਇਨਸਾਨ ਨੂੰ ਹੀ ਹੱਕ ਦਿੱਤਾ ਜਾਂਦਾ ਹੈ ਕਿ ਉਸ ਚੀਜ਼ਾਂ ਦੀ ਨਾਮ ਰੱਖਣ ਦਾ। ਪਰ
ਪਰਮੇਸ਼ਰ ਇਸ ਹੱਕ ਨੂੰ ਆਦਮ ਨੂੰ ਦਿੱਤਾ। ਇਹਦੇ ਰਾਹੀਂ ਉਹ ਆਦਮ ਨੂੰ ਦਰਸਾਉਂਦਾ ਸੀ, ਇਸ ਧਰਤੀ ਉੱਤੇ ਜੋ ਕੁਝ ਮੈਂ ਬਣਾਇਆ ਉਹ ਤੇਰੇ ਲਈ ਹੈ ਅਤੇ ਤੇਰਾ ਹੀ ਹੈ। ਇਨ੍ਹਾਂ ਚੀਜ਼ਾਂ ਨੂੰ ਮੈਂ ਤੇਰੇ ਲਈ ਬਲੀਦਾਨ ਦੇ ਰੂਪ ਦੇ ਵਿੱਚ ਚੜਾਉਂਦਾ ਹਾਂ। ਪਰ ਇਨਸਾਨ ਦੇ ਪਾਪ ਦੇ ਕਾਰਨ ਉਹ ਉਸ ਬਲੀਦਾਨ ਦੀ ਆਨੰਦ ਭੋਗਣ ਤੋਂ ਰਹਿ ਗਿਆ ਅਤੇ ਇਨਸਾਨ ਅਤੇ ਪਰਮੇਸ਼ਰ ਦੇ ਰਿਸ਼ਤੇ ਦੇ ਵਿੱਚ ਦੂਰੀ ਪੈ ਗਈ। ਸੋ ਇਸ ਦੂਰੀ ਨੂੰ ਪ੍ਰਭੂ ਦੂਰ ਕਰਨਾ ਚਾਹਿਆ ਤਾਂ ਪਰਮੇਸ਼ਰ ਲੇਵੀਆਂ ਦੀ ਪੋਥੀ ਅਧਿਆਇ 3 ਅਤੇ 4 ਦੇ ਵਿੱਚ ਆਗਿਆ ਦੇ ਰਿਹਾ ਕਿ ਇਨਸਾਨ ਪਾਪ ਲਈ ਅਤੇ ਆਪਣੇ ਸ਼ਾਂਤੀ ਲਈ ਬਲੀਦਾਨ ਚੜਾਵੇ। ਪਰ ਬਲੀਦਾਨ ਇਨਸਾਨ ਚੜਾਉਂਦਾ ਜਾਇਆ ਕਰਦਾ, ਪਰ ਇਨਸਾਨ ਦਾ ਪਾਪ ਕਦੇ ਨਹੀਂ ਕੱਟਿਆ। ਤਾਂ ਪਰਮੇਸ਼ਰ ਨੇ ਸੋਚਿਆ ਇਨਸਾਨ ਦਾ ਪਾਪ ਦਾ ਮੁੱਲ ਜੋ ਹੈ ਉਹਦੇ ਬਲੀਦਾਨ ਦੇ ਬਰਾਬਰ ਨਹੀਂ ਹੋਇਆ। ਤਾਂ ਪਰਮੇਸ਼ਰ ਨੇ ਇੱਕ ਕੀਮਤੀ ਚੀਜ਼ ਨੂੰ ਬਲੀਦਾਨ ਦੇ ਰੂਪ ਦੇ ਚੜਾ ਕੇ ਉਸ ਇਨਸਾਨ ਨੂੰ ਬਚਾਉਣਾ ਚਾਹੁੰਦਾ ਸੀ। ਤਾਂ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਇਨਸਾਨ ਦੇ ਪਾਪ ਲਈ ਬਲੀਦਾਨ ਕਰਕੇ ਬਖਸ਼ ਦਿੱਤਾ। ਉਸ ਨੂੰ ਆਪਾਂ ਮਤੀ ਦੀ ਇੰਜਿਲ 2 ਦੇ ਵਿੱਚ ਵੇਖਦੇ ਹਾਂ। ਮੁਕਤੀ ਦਾਤਾ ਜਨਮ ਲੈ ਰਿਹਾ ਹੈ। ਪ੍ਰਭੂ ਦੇ ਪਿਆਰਿਓ, ਪ੍ਰਭੂ ਦੇ ਦਿੱਤੇ ਹੋਏ ਉਹਨਾਂ ਬਰਕਤਾਂ ਦੀ ਆਨੰਦ ਭੋਗਣਾ ਤਾਂ ਆਪਣੇ ਵਿੱਚ ਪਾਪ ਨਹੀਂ ਹੋਣਾ ਚਾਹੀਦਾ। ਜੇ ਪਾਪ ਹੋਵੇ ਤਾਂ ਆਪਾਂ ਉਸ ਚੀਜ਼ਾਂ ਦੀ ਆਨੰਦ ਨਹੀਂ ਭੋਗ ਸਕਦੇ ਹਾਂ। ਕਈ ਵਾਰ ਆਪਾਂ ਸੋਚਦੇ ਹਾਂ ਮੇਰੇ ਪੁੰਨਦਾਨ ਦੇ ਕਾਰਨ, ਮੇਰੇ ਸ਼ੁਭ ਕਰਮਾਂ ਦੇ ਕਾਰਨ ਮੈਂ ਇਸ ਜਗਤ ਦੇ ਵਿੱਚ ਬਰਕਤਾਂ ਨੂੰ ਪਾ ਸਕਦਾ ਹਾਂ, ਮੇਰੇ ਪਾਪਾਂ ਦੀ ਮਾਫੀ ਮਿਲ ਜਾਏਗਾ। ਪਰ ਸੱਚ ਗੱਲ ਉਹ ਨਹੀਂ ਹੈ। ਸਿਰਫ ਪਾਪਾਂ ਦੀ ਮਾਫੀ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਰਾਹੀਂ ਮਿਲ ਸਕਦਾ ਹੈ। ਪ੍ਰਭੂ ਦੇ ਪਿਆਰਿਓ, ਲਹੂ ਬਿਨਾ ਮਾਫੀ ਨਹੀਂ ਹੈ। ਜੋ ਇਨਸਾਨ ਚੜਾਉਂਦਾ ਹੈ ਉਸ ਬਲੀਦਾਨ ਇਨਸਾਨ ਦੇ ਪਾਪ ਦੇ ਤੁੱਲ ਨਹੀਂ ਹੈ। ਸੋ ਪ੍ਰਭੂ ਦੇ ਪਿਆਰਿਓ, ਯਿਸੂ ਮਸੀਹ ਉੱਤੇ ਜੋ ਕੋਈ ਵੀ ਵਿਸ਼ਵਾਸ ਕਰੇ ਉਹ ਪ੍ਰਭੂ ਯਿਸੂ ਮਸੀਹ ਦੇ ਲਹੂ ਦੇ ਰਾਹੀਂ ਧੋਤਾ ਜਾਂਦਾ ਹੈ। ਉਹਨੂੰ ਪਾਪਾਂ ਦੀ ਮਾਫੀ ਮਿਲਦੀ ਹੈ ਅਤੇ ਉਹਨੂੰ ਉਹਨਾਂ ਬਰਕਤਾਂ ਦੀ ਆਨੰਦ ਭੋਗਣ ਦਾ ਹੱਕ ਵੀ ਮਿਲਦੀ ਹੈ ਅਤੇ ਪਰਮੇਸ਼ਰ ਅਤੇ ਇਨਸਾਨ ਦੇ ਵਿੱਚ ਜੋ ਰਿਸ਼ਤੇ ਦੇ ਵਿੱਚ ਦੂਰੀ ਹੈ ਉਹ ਵੀ ਦੂਰ ਚਲੇ ਜਾਂਦੀ ਹੈ। ਆਈ ਆਪਾਂ ਪ੍ਰਾਰਥਨਾ ਕਰੇ। ਪ੍ਰਭੂ ਯਿਸੂ ਮਸੀਹ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਜੋ ਵਚਨ ਦੇ ਰਾਹੀਂ ਸਾਨੂੰ ਇੱਕ ਬਹੁਤ ਵੱਡੀ ਭੇਤ ਨੂੰ ਸਿਖਾਇਆ। ਅਸੀਂ ਇਸ ਭੇਤ ਦੇ ਅਨੁਸਾਰ ਤੇਰੇ ਉੱਤੇ ਵਿਸ਼ਵਾਸ ਕਰਕੇ ਪਾਪਾਂ ਦੀ ਮਾਫੀ ਪਾਉਣ ਲਈ ਤੂੰ ਮਦਦ ਅਤੇ ਸਹਾਇਤ ਕਰਨਾ। ਅਸੀਂ ਤੁਹਾਡੇ ਪਵਿੱਤਰ ਹੱਥਾਂ ਵਿੱਚ ਸਭ ਕੁਝ ਦੇ ਦਿੰਦੇ ਹਾਂ। ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ ਵਿੱਚ ਹੋ ਕੇ ਮੰਗਦੇ ਹਾਂ। ਆਮੀਨ, ਆਮੀਨ। ਪ੍ਰਭੂ ਤੁਹਾਨੂੰ ਇਸ ਵਚਨ ਦੇ ਦੁਆਰਾ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।